सतनाम श्री वाहिगुरु साहिब जीओ। किरपा करो दीन के दाते, मेरा गुण अवगुण ना विचारो कोई। माटी का क्या तो पैसोवमी, मानस की गत एही। जीड़ा अगन बराबर तपै, पितर वगै काती। प्रणवत नानक हुक्म पछाणै, सुख होवै दिन राती। बेसुमार अथाह अगनत अतुलै, ज्यों बुलावो त्यों नानक दास बोलै। जुगो जुग अटल। गुरु गरीब नवाज ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਸੰਗਰਾਂਦ ਦੇ ਦਿਹਾੜੇ ਨੂੰ ਮਨਾਉਣ ਵਾਸਤੇ ਗੁਰੂ ਚਰਨਾਂ ਵਿੱਚ ਇਕੱਤਰ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਮ ਤੌਰ 'ਤੇ ਗੁਰਦੁਆਰਿਆਂ ਅਨਾਉਂਸਮੈਂਟ ਹੁੰਦੀ ਹੈ ਕਿ ਸੰਗਰਾਂਦ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ, ਪਰ ਸਤਿਗੁਰੂ ਜੀ ਆਖਦੇ ਹਨ, ਸਾਈ ਘੜੀ ਸੁਲੱਖਣੀ ਜਿਤ ਸਿਮਰਤ ਹਰ ਨਾਮ। ਜਿਹੜੀ ਘੜੀ ਪਿਆਰੇ ਪਰਮੇਸ਼ਰ ਦਾ ਨਾਮ ਸਿਮਰਿਆ ਜਾਵੇ, ਉਹੀ ਘੜੀ ਅਸਲ ਦੇ ਵਿੱਚ ਸੁਹਾਵਣੀ ਹੈ। ਜਿਸ ਨੇ ਗੁਰੂ ਗੁਰੂ ਜਪਿਆ ਨਹੀਂ, ਗੁਰੂ ਘਰ ਆ ਕੇ ਗੁਰੂ ਦੇ ਚਰਨ ਨਹੀਂ ਪਰਸੇ, ਉਸ ਵਾਸਤੇ ਇਹ ਘੜੀ ਵੀ ਸੁਹਾਵਣੀ ਨਹੀਂ ਹੋ ਸਕਦੀ। ਘੜੀ ਸੁਹਾਵਣੀ ਉਹਦੇ ਵਾਸਤੇ ਜਿਹਨੇ ਇਸ ਦਿਹਾੜੇ ਉਸ ਮਾਲਕ ਪਿਆਰੇ ਦੀ ਬੰਦਗੀ ਦੇ ਨਾਲ ਸਮਾਂ ਜੋੜਿਆ ਹੈ। ਸੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਦੇ ਸ਼ਬਦ ਦਾ ਮੰਗਲ ਉਚਾਰਨ ਕਰਦੇ ਹਨ, ਸਾਹਿਬ ਬਖਸ਼ਿਸ਼ ਕਰ ਰਹੇ ਹਨ। ਆਓ ਸਾਰੇ ਮਿਲ ਕਰਕੇ ਗਾਈਏ ਜੀ। करम के विछड़े, किरत करम के विछड़े। कर कृपा मेलो राम, कर कृपा मेलो राम। किरत करम के विछड़े, तेन दुध ते बाहरी। तेन दुध ते बाहरी, किते न आवे काम, किते न आवे काम। किरत करम के विछड़े, कर कृपा मेलो राम, कर कृपा मेलो राम।
चार कुंट दह देश पर में, चार कुंट दह देश पर में, थके आए प्रभ की शाम, थके आए प्रभ की शाम। किरत कर्म के विछड़े, कर कृपा मेलो राम, कर कृपा मेलो राम। तेन दूध ते बाहरी, तेन दूध ते बाहरी, कीते न आवे काम, कीते न आवे काम। किरत कर्म के विछड़े, कर कृपा मेलो राम, कर कृपा मेलो राम। जल बिन साख कोमलावती, जल बिन साख कोमलावती, उपजे नाहि दाम, उपजे नाहि दाम। किरत कर्म के विछड़े, कर कृपा मेलो राम, कर कृपा मेलो राम। जल बिन शाख कोमलावती, उपजे नाहि दाम, उपजे नाहि दाम। किरत कर्म के विछड़े, कर कृपा मेलो राम, कर कृपा मेलो राम। हर नाह न मिलिए साजन, हर नाह न मिलिए साजन, कत पाइए विश्राम, कत पाइए विश्राम। किरत कर्म के विछड़े, कर कृपा दीजै नाम, कर कृपा दीजै नाम। जित कार हर कंत ना परगटी, जित कार हर कंत ना परगटी, पठ नगर से ग्राम।
किरत कर्म के विछड़े, कर कृपा दीजै नाम। कर कृपा मेलो राम, कर कृपा मेलो राम, कर कृपा मेलो राम। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਹਨ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਹੇ ਦਾਤਾ ਜੀ, ਅਸੀਂ ਆਪਣੇ ਪੂਰਬਲੇ ਕਰਮਾਂ ਕਰਕੇ ਆਪ ਜੀ ਤੋਂ ਵਿਛੜੇ ਹੋਏ ਹਾਂ। ਕਿਰਪਾ ਕਰਕੇ ਇਸ ਜਨਮ ਦੇ ਵਿੱਚ ਮਿਲਣਾ ਕਰੋ। ਜਿਸ ਨੂੰ ਭਗਤ ਰਵਿਦਾਸ ਜੀ ਨੇ ਆਖਿਆ ਹੈ, ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਬੜੇ ਜਨਮ ਹੋ ਗਏ ਆਪ ਜੀ ਤੋਂ ਵਿਛੜਿਆਂ ਹੋਇਆਂ ਨੂੰ, ਇਹ ਜਨਮ ਹੁਣ ਆਪ ਜੀ ਦੇ ਮਿਲਾਪ ਵਾਸਤੇ ਹੈ। ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਜਿਵੇਂ 24 ਘੰਟਿਆਂ ਦੇ ਵਿੱਚ ਸਵੇਰ ਦਾ ਵੇਲਾ ਹੈ, ਇਵੇਂ 84 ਲੱਖ ਜੂਨੀਆਂ ਦੇ ਵਿੱਚ ਮਨੁੱਖਾ ਦੇਹੀ ਜਿਹੜੀ ਇਹ ਅੰਮ੍ਰਿਤ ਵੇਲਾ ਹੈ। ਇਹ 84 ਲੱਖ ਜੂਨੀ ਦਾ ਅੰਮ੍ਰਿਤ ਵੇਲਾ ਮਨੁੱਖਾ ਦੇਹੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਖਦੇ ਹਨ, ਇਵੇਂ ਅਰਦਾਸ ਕਰ ਮਾਲਕ ਦੇ ਚਰਨਾਂ ਵਿੱਚ ਆ ਕੇ ਆਖ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਦਤਾਰ ਪਿਤਾ ਜੀ, ਅਸੀਂ ਪੂਰਬਲੇ ਕਰਮਾਂ ਕਰਕੇ ਆਪ ਜੀ ਤੋਂ ਵਿਛੜੇ ਹੋਏ ਹਾਂ। ਹੁਣ ਰਹਿਮਤ ਕਰੋ, ਇਸ ਜਨਮ ਦੇ ਵਿੱਚ ਆਪਣੇ ਨਾਲ ਮੇਲਣਾ ਕਰੋ। ਚਾਰ ਕੁੰਟ ਦਹ ਦਿਸ ਭਰਮੇ, ਥਾਕੇ ਆਏ ਪ੍ਰਭ ਕੀ ਸ਼ਾਮ। ਚਾਰ ਦਿਸ਼ਾ ਤੇ ਚਾਰ ਉਹਨਾਂ ਦੇ ਕੋਣ, 8 ਤੇ ਧਰਤੇ ਆਕਾਸ਼। 10 ਦਿਸ਼ਾ ਦੇ ਵਿੱਚ ਭਰਮ ਕੇ ਫਿਰ ਆਪਣੇ ਸੈਂਟਰ ਬਿੰਦੂ ਤੇ ਜਿਵੇਂ ਕੋਈ ਆ ਜਾਂਦਾ ਹੈ, ਇਸੇ ਤਰ੍ਹਾਂ ਜੇ 84 ਲੱਖ ਜੂਨੀਆਂ ਤੋਂ ਬਾਅਦ ਮਨੁੱਖਾ ਦੇਹੀ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਨਹੀਂ ਪਾਇਆ, ਸਾਡੇ ਹਾਲਾਤ ਵੀ ਉਹੋ ਜਿਹੇ ਹੋਏ ਕਿ ਅਸੀਂ ਉਸੇ ਬਿੰਦੂ ਤੇ ਫਿਰ ਖੜੇ ਹੋ ਗਏ। ਚਾਰ ਕੁੰਟ ਦਹ ਦਿਸ ਭਰਮੇ, ਥਾਕੇ ਆਏ ਪ੍ਰਭ ਕੀ ਸ਼ਾਮ। ਧੇਨ ਦੁਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਧੇਨ ਕਹਿੰਦੇ ਗਊ ਨੂੰ। ਅੱਜ ਕੱਲ੍ਹ ਤੇ ਆਮ ਦੇਖਿਆ ਜਾ ਰਿਹਾ ਪ੍ਰਤੱਖ ਗਊ। ਉਵੇਂ ਭਾਵੇਂ ਸਾਡੇ ਹਿੰਦੁਸਤਾਨ ਦੇ ਵਿੱਚ ਗਊ ਦੀ ਪੂਜਾ ਕੀਤੀ ਜਾਂਦੀ, ਗਊ ਮਾਤਾ ਆ ਕੇ, ਉਵੇਂ ਭਾਵੇਂ ਕੋਈ ਗੱਡੀ ਲੈਣੀ ਹੋਵੇ, ਵਾਹਨ ਖਰੀਦਣਾ ਹੋਵੇ, ਉਸ ਦੇ ਵਿੱਚ ਕਊ ਟੈਕਸ ਪੱਕਾ ਲੱਗਦਾ। ਪਰ ਕੌੜੀ ਸੱਚਾਈ ਇਹ ਹੈ ਕਿ ਸਭ ਤੋਂ ਵੱਧ ਐਕਸੀਡੈਂਟ ਦਾ ਕਾਰਨ ਅੱਜ ਗਾਵਾਂ ਹੋ ਰਹੀਆਂ। ਸਭ ਤੋਂ ਵੱਧ ਹਾਦਸਿਆਂ ਦਾ ਕਾਰਨ ਅੱਜ ਗਾਵਾਂ ਹੋ ਰਹੀਆਂ। ਸਤਿਗੁਰੂ ਜੀ ਆਖਦੇ, ਧੇਨ ਦੁੱਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਜਿਵੇਂ ਗਊ ਦੁੱਧ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦੀ, ਉਹਨੂੰ ਹਲ ਨਹੀਂ ਜੋੜਿਆ ਜਾ ਸਕਦਾ, ਉਹਨੂੰ ਰੇੜੇ ਨਹੀਂ ਜੋਇਆ ਜਾ ਸਕਦਾ, ਇਸੇ ਤਰ੍ਹਾਂ ਸਤਿਗੁਰੂ ਜੀ ਆਖਦੇ ਹਨ, ਇਹ ਚੰਗੇ ਗੁਣਾਂ ਤੋਂ ਬਿਨਾਂ ਤੇਰੀ ਗਊ ਰੂਪੀ ਬੁੱਧੀ ਜਿਹੜੀ ਇਹ ਵੀ ਕਿਸੇ ਦੇ ਕੰਮ ਨਹੀਂ ਆਉਂਦੀ। ਧੇਨ ਦੁੱਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਇਹ ਕਿਸੇ ਕੰਮ ਨਹੀਂ ਆਉਂਦੀ। ਫਿਰ ਅਗਲੀ ਉਦਾਹਰਨ ਦਿੰਦੇ ਹਨ ਗੁਰੂ ਸਾਹਿਬ, ਜਲ ਬਿਨ ਸ਼ਾਖ ਕੁਮਲਾਵਤੀ। ਸ਼ਾਖ ਕਹਿੰਦੇ ਕੁਮਲੀ ਨੂੰ। ਜਿਵੇਂ ਮੀਂਹ ਨਾ ਪਵੇ, ਬਾਰਿਸ਼ ਨਾ ਹੋਵੇ, ਤੇ ਫਸਲਾਂ ਦੀਆਂ ਕੁਮਲੀਆਂ ਕੁਮਲਾ ਜਾਂਦੀਆਂ, ਤੇ ਕਿਸਾਨ ਬੜੇ ਦੁਖੀ ਹੁੰਦੇ। ਆਪਾਂ ਸਾਰੇ ਕਿਸਾਨਾਂ ਦੇ ਬੱਚੇ ਬੈਠੇ ਹਾਂ, ਇਸੇ ਕਰਕੇ ਆਖਿਆ ਜਾਂਦਾ ਸੀ ਜੈ ਜਵਾਨ ਜੈ ਕਿਸਾਨ, ਕਿਉਂਕਿ ਜਿਹੜਾ ਕਿਸਾਨ ਹੈ ਉਹ ਬਜ਼ੁਰਗ ਹੈ ਤੇ ਜਿਹੜਾ ਜਵਾਨ ਹੈ ਉਹ ਪੁੱਤਰ ਹੈ। ਸਾਡੇ ਦੇਸ਼ ਦਾ ਕਿਸਾਨ ਆਖ ਦਿੰਦਾ, ਪੁੱਤਰਾ ਇਹ ਜ਼ਮੀਨ ਦੀ ਵਾਹੀ ਮੈਂ ਤਾਂ ਹੀ ਕਰ ਸਕਦਾ, ਇਹ ਜ਼ਮੀਨ 'ਚੋਂ ਸੋਨਾ ਮੈਂ ਤਾਂ ਹੀ ਉਗਾ ਸਕਦਾ ਜੇ ਤੂੰ ਜਾ ਕੇ ਸਰਹੱਦਾਂ ਦੀ ਰਾਖੀ ਕਰਨ ਵਾਸਤੇ ਸਰਹੱਦਾਂ 'ਤੇ ਡਟ ਜਾਏਗਾ, ਤਾਂ ਮੈਂ ਇਹ ਖੇਤੀ 'ਚੋਂ ਸੋਨਾ ਉਗਾ ਲਵਾਂਗਾ। ਪਰ ਜੇ ਸਰਹੱਦਾਂ ਦੀ ਰਾਖੀ ਨਹੀਂ ਹੋਈ, ਉੱਥੋਂ ਭੇੜੀਏ ਆ ਕੇ ਬਾਰ-ਬਾਰ ਹਮਲਾਵਰ ਬਣ ਕੇ ਹਮਲਾ ਕਰਦੇ ਰਹੇ, ਇੱਜ਼ਤ ਆਬਰੂ ਨੂੰ ਲੁੱਟਦੇ ਰਹੇ, ਤੇ ਮੈਂ ਇਸ ਜ਼ਮੀਨ ਨੂੰ ਸੰਭਾਲ ਨਹੀਂ ਸਕਾਂਗਾ।
ਇੱਕ ਬਾਪੂ ਦਾ ਜਿਗਰਾ ਵੇਖੋ, ਪੁੱਤ ਨੂੰ ਜਵਾਨ ਕਰਕੇ ਸਰਹੱਦਾਂ ਦੇ ਉੱਤੇ ਗੋਲੀ ਦੇ ਸਾਹਮਣੇ ਖੜਾ ਕਰ ਦਿੰਦਾ ਤੇ ਆਪ ਉਹ ਖੇਤੀ ਦੀ ਸੰਭਾਲ ਕਰਦਾ। ਉਹ ਬੜੇ ਸੂਝ-ਬੂਝ ਵਾਲੇ ਸਨ ਜਿਨ੍ਹਾਂ ਨੇ ਨਾਅਰਾ ਦਿੱਤਾ ਸੀ, ਜੈ ਜਵਾਨ ਤੇ ਜੈ ਕਿਸਾਨ, ਕਿਉਂਕਿ ਕਿਸਾਨ ਤੇ ਜਵਾਨ ਇੱਕ ਸਿੱਕੇ ਦੇ ਦੋ ਪਹਿਲੂ ਹਨ। ਜੇ ਕਿਸਾਨ ਦੁਖੀ ਹੋ ਗਿਆ ਤੇ ਜਵਾਨ ਵੀ ਸਹੀ ਡਿਊਟੀ ਨਹੀਂ ਕਰ ਸਕਦਾ, ਜੇ ਜਵਾਨ ਦੁਖੀ ਹੋ ਗਿਆ ਤੇ ਕਿਸਾਨ ਸਹੀ ਸੋਨਾ ਨਹੀਂ ਉਗਾ ਸਕਦਾ। ਇਹ ਇੱਕ ਸਿੱਕੇ ਦੇ ਆਪਾਂ ਦੋ ਪਹਿਲੂ ਹਾਂ। ਸਤਿਗੁਰੂ ਜੀ ਆਖਦੇ ਹਨ, ਜਲ ਬਿਨ ਸ਼ਾਖ ਕੁਮਲਾਵਤੀ, ਜਿਸ ਤਰ੍ਹਾਂ ਜਲ ਤੋਂ ਬਿਨਾਂ ਫਸਲ ਕੁਮਲਾ ਜਾਂਦੀ ਹੈ, ਕੁੰਮਲੀ ਕੁਮਲਾ ਜਾਂਦੀ। ਕੁੰਮਲੀ ਦੀ ਗੱਲ ਕੀਤੀ, ਸ਼ਾਖ। ਹੁਣ ਬਜ਼ੁਰਗ ਕਿਸਾਨ ਉੱਥੇ ਉਹਨੂੰ ਵੇਖ ਕੇ ਦੁਖੀ ਇਸ ਕਰਕੇ ਨਹੀਂ ਹੁੰਦਾ ਕਿ ਹੁਣ ਫਸਲ ਮੈਨੂੰ ਸੋਹਣੀ ਨਹੀਂ ਲੱਗ ਰਹੀ, ਉਹਨੂੰ ਇਹ ਹੁੰਦਾ ਕਿ ਇਸ ਤੋਂ ਦਮੜੇ ਨਹੀਂ ਉਪਜਣੇ। ਜਲ ਬਿਨ ਸ਼ਾਖ ਕੁਮਲਾਵਤੀ ਉਪਜੇ ਨਾਹੀਂ ਦਾਮ, ਇਸ ਤੋਂ ਹੁਣ ਫਸਲ ਤੋਂ ਦਮੜੇ ਨਹੀਂ ਉਪਜਣੇ, ਇਹਨੂੰ ਪਾਣੀ ਦੀ ਘਾਟ ਪੈ ਗਈ ਹੈ। ਤੇ ਇੱਥੇ ਗੁਰੂ ਸਾਹਿਬ ਆਖਦੇ ਹਨ, ਜਿਸ ਤਰ੍ਹਾਂ ਪਾਣੀ ਤੋਂ ਬਿਨਾਂ ਫਸਲ ਕੁਮਲਾ ਜਾਂਦੀ ਹੈ, ਇਸੇ ਤਰ੍ਹਾਂ ਸਤਿਗੁਰ ਮਹਾਰਾਜ ਕਹਿੰਦੇ, ਹਰ ਨਾਹਨ ਨਾ ਮਿਲੀਐ ਸਾਜਨ, ਕਤ ਪਾਈਐ ਬਿਸਰਾਮ। ਜੇ ਐਸ ਜਨਮ ਦੇ ਵਿੱਚ ਵੀ ਤੂੰ ਪਰਮਾਤਮਾ ਨੂੰ ਨਹੀਂ ਪਾਇਆ, ਦੱਸ ਪਸ਼ੂ ਜੂਨੀਆਂ 'ਚ, ਪਕਸ਼ੀ ਜੂਨੀਆਂ 'ਚ ਕਦੋਂ ਭਗਤੀ ਕਰ ਲਏਗਾ। ਜਿਸ ਤਰ੍ਹਾਂ ਆਪਾਂ ਸਾਰੇ ਬੈਠੇ ਹਾਂ, ਇਸ ਤਰ੍ਹਾਂ ਪਸ਼ੂਆਂ ਨੂੰ ਇਕੱਠੇ ਕਰਕੇ ਬਿਠਾਇਆ ਨਹੀਂ ਜਾ ਸਕਦਾ, ਆਪਣੇ ਆਪ ਨਹੀਂ ਬੈਠਦੇ। ਜੇ ਕਿਤੇ ਬਿਠਾ ਵੀ ਦਿੱਤਾ ਜਾਵੇ ਨਾ, ਤੇ ਉਹਨਾਂ ਕੋਲ ਸੋਝੀ ਨਹੀਂ ਹੈ ਕਿ ਉਹ ਗਿਆਨ ਨੂੰ ਗ੍ਰਹਿਣ ਕਰ ਲੈਣ। ਇਹ ਸਿਰਫ ਇਹੋ ਮਨੁੱਖ ਜਾਮਾਂ ਹੀ ਆ ਜਿਹਦੇ ਵਿੱਚ ਆਪਾਂ ਸੰਗਤ ਰੂਪ ਦੇ ਵਿੱਚ ਬੈਠ ਸਕਦੇ ਹਾਂ। ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੇਰੀ ਵਾਰੀ ਰੱਬ ਨੂੰ ਮਿਲਣ ਦੀ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਹੋਰ ਸੰਸਾਰੀ ਕੰਮ ਸਤਿਗੁਰ ਕਹਿੰਦੇ ਕਿਸੇ ਕੰਮ ਨਹੀਂ ਆਉਣੇ। ਫਿਰ ਕਿਹੜਾ ਕੰਮ ਆਉਣਾ ਹੈ? ਮਿਲ ਸਾਧ ਸੰਗਤ ਭਜ ਕੇਵਲ ਨਾਮ, ਓਨਲੀ ਪਰਮਾਤਮਾ ਦਾ ਨਾਮ ਸਾਧ ਸੰਗਤ ਵਿੱਚ ਮਿਲ ਕੇ ਜਪਿਆ ਕਰ, ਇਹੀ ਤੇਰੇ ਕੰਮ ਆਉਣਾ ਹੈ। ਸੋ ਸਤਿਗੁਰ ਜੀ ਆਖਦੇ ਹਨ, ਜਿਤ ਘਰ ਹਰ ਕੰਤ ਨਾ ਪ੍ਰਗਟੀ, ਪਠ ਨਗਰ ਸੇ ਗ੍ਰਾਮ। ਜਿਨ੍ਹਾਂ ਹਿਰਦਿਆਂ 'ਚ ਇਸ ਮਨੁੱਖਾ ਜਨਮ ਦੇ ਵਿੱਚ ਉਹ ਮਾਲਕ ਪਿਆਰਾ ਪ੍ਰਗਟ ਨਹੀਂ ਹੋਇਆ, ਉਹ ਹਿਰਦੇ ਉਜੜਿਆਂ ਪਿੰਡਾਂ ਦੀ ਨਿਆਈ ਹਨ। ਸੋ ਅੱਜ ਗੁਰਮੁਖ ਪਿਆਰਿਓ, ਅੱਸੂ ਦਾ ਮਹੀਨਾ ਆਰੰਭ ਹੋਇਆ ਹੈ। ਅਸਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ। ਆਪ ਸਭ ਨੇ ਮਹੀਨੇ ਸਰਵਣ ਕੀਤੇ, 12 ਹੀ ਮਹੀਨੇ। ਸੋ ਅੱਜ ਦਾ ਦਿਹਾੜਾ ਜਿਹੜਾ ਹੈ, ਸੰਗਰਾਂਦ ਦੇ ਨਾਲ ਨਾਲ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਗੁਰਤਾ ਗੱਦੀ ਦਿਵਸ ਨੂੰ ਵੀ ਸਮਰਪਿਤ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਦਾ 15 ਤਰੀਕ ਨੂੰ ਗੁਰਤਾ ਗੱਦੀ ਦਾ ਦਿਹਾੜਾ ਸੀ। ਗੁਰਮੁਖ ਪਿਆਰਿਓ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ ਪਿਤਾ ਭਾਈ ਫੇਰੂ ਮੱਲ ਜੀ ਮੱਤੇ ਦੀ ਸਰਾਂ ਦੇ ਰਹਿਣ ਵਾਲੇ ਸਨ, ਤੇ ਸਤਿਗੁਰਾਂ ਦੀ ਮਾਤਾ ਨੂੰ ਮਾਤਾ ਰਾਮੋ ਵੀ ਆਖਿਆ ਜਾਂਦਾ, ਤੇ ਦਇਆ ਕੌਰ ਵੀ ਇਤਿਹਾਸ ਦੇ ਵਿੱਚ ਕਈ ਜਗ੍ਹਾ ਲਿਖਿਆ ਹੈ। 1504 ਦੇ ਵਿੱਚ ਇਹਨਾਂ ਦੇ ਘਰ ਭਾਈ ਫੇਰੂ ਮੱਲ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ। ਉਹਦਾ ਨਾਂ ਰੱਖਿਆ ਗਿਆ ਲਹਿਣਾ। ਬਾਬਰ ਦੇ ਹਮਲੇ ਵਿੱਚ ਇਹ ਮੱਤੇ ਦੀ ਸਰਾਂ ਪਿੰਡ ਉਜੜ ਗਿਆ। ਫਿਰ ਇਹਨਾਂ ਹੋਰ ਜਗ੍ਹਾ ਜਾ ਕੇ ਸ਼ਰਨਾਰਥ ਲਈ ਇਹ ਪਰਿਵਾਰ ਚਲਾ ਗਿਆ ਖਡੂਰ ਸਾਹਿਬ ਦੇ ਵਿੱਚ। ਤੇ ਖਡੂਰ ਸਾਹਿਬ ਦੇ ਵਿੱਚ ਵੀ ਇਹ ਭਾਈ ਫੇਰੂ ਮੱਲ ਜਿਹੜੇ ਆ ਇੱਕ ਦੁਕਾਨਦਾਰ ਸਨ, ਤੇ ਇਹ ਫੇਰੀ ਲਾਇਆ ਕਰਦੇ ਸਨ। ਇਸ ਤੋਂ ਵੀ ਇਹਨਾਂ ਦਾ ਨਾਮ ਫੇਰੂ ਮਸ਼ਹੂਰ ਹੋਇਆ ਸੀ। ਤੇ ਨਾਲ ਵਿਹਲੇ ਸਮੇਂ ਦੇ ਵਿੱਚ ਸਾਲ ਵਿੱਚ ਇੱਕ ਵਾਰੀ ਇਹ ਦੇਵੀ ਦੀ ਯਾਤਰਾ ਵਾਸਤੇ ਜਥਾ ਲੈ ਕੇ ਜਥੇਦਾਰ ਵਜੋਂ ਜਾਇਆ ਕਰਦੇ ਸਨ। ਸਮਾਂ ਆਪਣੀ ਰਫ਼ਤਾਰ ਚੱਲਦਾ ਗਿਆ। 15 ਕੁ ਸਾਲ ਦੀ ਉਮਰ ਸੀ ਭਾਈ ਲਹਿਣਾ ਜੀ ਦੀ ਜਦੋਂ ਇਹਨਾਂ ਦਾ ਜਿਹੜਾ ਵਿਆਹ ਸੀ ਉਹ ਮਾਤਾ ਖੀਵੀ ਜੀ ਦੇ ਨਾਲ ਹੋਇਆ। ਥੋੜ੍ਹੇ ਸਮੇਂ ਬਾਅਦ ਇਹਨਾਂ ਦੇ ਪਿਤਾ ਜੀ ਭਾਈ ਫੇਰੂ ਮੱਲ ਜੀ ਅਕਾਲ ਚਲਾਣਾ ਕਰ ਗਏ। ਇਲਾਕੇ ਵਾਲਿਆਂ ਨੇ ਬੜਾ ਸਮਝਾਇਆ, ਕਹਿੰਦੇ ਦੇਖ ਭਾਈ ਲਹਿਣਿਆ, ਤੇਰੇ ਪਿਤਾ ਦਾ ਬੜਾ ਰਸੂਖ ਹੈ, ਉਹ ਦੇਵੀ ਦੀ ਯਾਤਰਾ ਲਈ ਜਥਾ ਲੈ ਕੇ ਜਾਂਦੇ ਸੀ, ਉਹ ਵੀ ਉਸ ਰੀਤੀ ਨੂੰ ਮਰਜ਼ਾਦਾ ਨੂੰ ਵੀ ਅਗਾਂਹ ਚਲਾਉਣਾ ਤੇਰਾ ਫਰਜ਼ ਬਣਦਾ ਹੈ। ਭਾਈ ਲਹਿਣਾ ਜੀ ਕੁਝ ਸਮੇਂ ਤੱਕ ਚੱਲਦੇ ਰਹੇ। ਇਹਨਾਂ ਦੇ ਸ਼ਹਿਰ ਦੇ ਵਿੱਚ ਇੱਕ ਭਾਈ ਜੋਧ ਜੀ ਰਹਿੰਦੇ ਸਨ।
ਇੱਕ ਦਿਨ ਇਹਨਾਂ ਜੋਧ ਜੀ ਦੇ ਮੁਖਾਰਬਿੰਦ ਤੋਂ ਆਸਾ ਜੀ ਦੀ ਵਾਰ ਦਾ ਜਾਪ ਸਰਵਣ ਕੀਤਾ। ਇਹਨਾਂ ਪੁੱਛ ਲਿਆ, ਕਹਿੰਦੇ ਭਾਈ ਜੋਧ ਸਿੱਖਾ ਇਹ ਕਿਹਦੀ ਕਲਾਮ ਪੜ੍ਹੀ ਹੈ? ਇੰਨੇ ਸਾਲ ਹੋ ਗਏ ਮੈਨੂੰ ਯਾਤਰਾਵਾਂ ਕਰਦੇ ਨੂੰ, ਪਰ ਮੇਰੇ ਅੰਦਰ ਨੂੰ ਸਕੂਨ ਨਹੀਂ ਮਿਲਿਆ। ਇਹ ਜਿਹੜੀ ਤੂੰ ਕਲਾਮ ਪੜ੍ਹੀ ਇਹ ਕਿਹਦੀ ਹੈ? ਉਹ ਕਹਿੰਦਾ ਵੀ ਇਹ ਬਾਬੇ ਨਾਨਕ ਦੀ ਬਾਣੀ ਹੈ। ਕਹਿੰਦੇ ਬਾਬਾ ਨਾਨਕ ਰਹਿੰਦੇ ਕਿੱਥੇ? ਜਿਨ੍ਹਾਂ ਦੀ ਬਾਣੀ 'ਚ ਇੰਨੀ ਮਿਠਾਸ ਹੈ, ਉਹਨਾਂ ਦੇ ਦਰਸ਼ਨਾਂ ਦੀ ਠੰਡਕ ਕਿੰਨੀ ਕੁ ਹੋਏਗੀ। ਇਹਨੇ ਸਾਰਾ ਐਡਰੈਸ ਪਤਾ ਕਰ ਲਿਆ ਕਿ ਕਰਤਾਰਪੁਰ ਵਿੱਚ ਰਹਿੰਦੇ ਹਨ। ਅੱਜ ਦੇਵੀ ਦੀ ਯਾਤਰਾ 'ਤੇ ਨਿਕਲੇ ਹਨ। ਚੱਲਦੇ ਚੱਲਦੇ ਆਪਣੇ ਸਾਥੀਆਂ ਨੂੰ ਕਹਿੰਦੇ ਤੁਸੀਂ ਚਲੋ, ਮੈਂ ਬਾਅਦ ਵਿੱਚ ਪਿੱਛੋਂ ਆ ਕੇ ਮਿਲ ਜਾਵਾਂਗਾ। ਕੁਝ ਘੋੜਿਆਂ 'ਤੇ ਸਨ, ਕੁਝ ਗੱਡਿਆਂ 'ਤੇ ਸਨ। ਭਾਈ ਲਹਿਣਾ ਜੀ ਨੇ ਕਰਤਾਰਪੁਰ ਵੱਲ ਨੂੰ ਘੋੜਾ ਮੋੜਿਆ। ਅੱਜ ਜਿਹੜੇ ਦਰ ਨੂੰ ਘੋੜਾ ਮੋੜਿਆ ਨਾ, ਉਸ ਦਰ ਦਾ ਮਾਲਕ ਵਾਲੀ ਆਪ ਹੱਥ ਦੇ ਵਿੱਚ ਰੰਬੀ ਖੁਰਪੀ ਲੈ ਕੇ ਤੇ ਪੱਲੀ ਲੈ ਕੇ ਉਸ ਰਸਤੇ ਨੂੰ ਚੱਲ ਰਿਹਾ ਜਿੱਧਰੋਂ ਕੋਈ ਦਰਸ਼ਨ ਕਰਨ ਆ ਰਿਹਾ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਆਖਿਆ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੁਸੀਂ ਇੱਕ ਕਦਮ ਗੁਰੂ ਘਰ ਵੱਲ ਚੱਲ ਕੇ ਜਾਂਦੇ ਹੋ ਨਾ, ਤੇ ਗੁਰੂ ਕਰੋੜਾਂ ਕਦਮ ਅਗਲਵਾਂਢੀ ਹੋ ਕੇ ਤੁਹਾਨੂੰ ਲੈਣ ਵਾਸਤੇ ਆ ਜਾਂਦੇ ਹਨ। ਗੁਰੂ ਸਾਹਿਬ ਤੁਸੀਂ ਘਰ ਤੋਂ ਚੱਲਦੇ ਹੋ ਨਾ, ਉਦੋਂ ਇੱਕ ਵਾਰੀ ਆਪਣੀ ਸੁਰਤੀ ਇੱਥੇ ਟਿਕਾਇਆ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ। ਘਰ ਤੋਂ ਤੁਸੀਂ ਚੌਪਈ ਸਾਹਿਬ ਦਾ ਜਾਪ ਆਰੰਭ ਕਰ ਦਿਆ ਕਰੋ, ਘਰ ਤੋਂ ਜਪਜੀ ਸਾਹਿਬ ਦਾ ਜਾਪ, ਘਰ ਤੋਂ ਵਾਹਿਗੁਰੂ ਵਾਹਿਗੁਰੂ, ਘਰ ਤੋਂ ਗੁਰਮੰਤਰ ਜਪਣਾ ਸ਼ੁਰੂ ਕਰ ਦਿਆ ਕਰੋ। ਇਹ ਸਮਝ ਲੈਣਾ ਘਰੋਂ ਚੱਲਣ ਸਮੇਂ ਤੁਹਾਡੀ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ ਗੁਰੂ ਚਰਨਾਂ ਦੇ ਵਿੱਚ। ਉਧਰ ਭਾਈ ਲਹਿਣਾ ਜੀ ਨੇ ਹੋਰਨਾਂ ਤੋਂ ਪੁੱਛਿਆ, ਕਹਿੰਦੇ ਇੱਥੇ ਕੋਈ ਗੁਰੂ ਨਾਨਕ ਨਾਮ ਦਾ ਤਪਾ ਸਾਧੂ ਰਹਿੰਦਾ? ਜਿੱਥੇ ਬਾਕੀਆਂ ਤੋਂ ਪੁੱਛਿਆ ਉੱਥੇ ਗੁਰੂ ਨਾਨਕ ਸਾਹਿਬ ਰਸਤੇ 'ਚੋਂ ਘਾਹ ਖੋਦ ਕੇ ਸਫਾਈ ਕਰ ਰਹੇ ਸਨ ਰਸਤੇ ਦੀ, ਕਿ ਇਸ ਰਾਹ 'ਤੇ ਅੱਜ ਕਿਸੇ ਨੇ ਦਰਸ਼ਨਾਂ ਦੀ ਤਾਂਘ ਵਾਸਤੇ ਆਉਣਾ ਹੈ। ਉੱਥੇ ਗੁਰੂ ਨਾਨਕ ਸਾਹਿਬ ਕੋਲ ਆ ਕੇ ਘੋੜਾ ਰੋਕਿਆ। ਕਹਿੰਦੇ ਬਜ਼ੁਰਗੋ ਇੱਥੇ ਕੋਈ ਨਾਨਕ ਨਾਮ ਦਾ ਤਪਸਵੀ ਸਾਧੂ ਰਹਿੰਦਾ? ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਭਾਈ ਰਹਿੰਦਾ ਤੇ ਹੈ। ਤੁਸੀਂ ਉਹਨੂੰ ਜਾਣਦੇ ਹੋ? ਗੁਰੂ ਬਾਬਾ ਜੀ ਕਹਿੰਦੇ ਜਿੰਨੀ ਚੰਗੀ ਤਰ੍ਹਾਂ ਮੈਂ ਉਹਨੂੰ ਜਾਣਦਾ ਨਾ, ਓਨੀ ਚੰਗੀ ਤਰ੍ਹਾਂ ਸ਼ਾਇਦ ਹੋਰ ਕੋਈ ਨਾ ਜਾਣਦਾ ਹੋਵੇ। ਅੱਜ ਇਹ ਵੀ ਇੱਕ ਗੁੱਝੀ ਰਮਜ ਹੈ, ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੇ ਮਨ, ਤੂੰ ਤੇ ਪਰਮਾਤਮਾ ਦੀ ਜੋਤ ਦਾ ਇੱਕ ਛੋਟਾ ਜਿਹਾ ਹਿੱਸਾ ਅੰਸ਼ ਹੈ। ਤੂੰ ਉਹਨੂੰ ਬਾਹਰ ਲੱਭਦਾ ਫਿਰਦਾ, ਤੂੰ ਅੰਦਰੋਂ ਉਹਨੂੰ ਪਹਿਚਾਨਣਾ ਕਰੋ, ਤੈਨੂੰ ਅੰਦਰੋਂ ਲੱਭ ਜਾਏਗਾ। ਸੋ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਜਿੰਨੀ ਚੰਗੀ ਤਰ੍ਹਾਂ ਮੈਂ ਜਾਣਦਾ ਓਨੀ ਚੰਗੀ ਤਰ੍ਹਾਂ ਕੋਈ ਨਹੀਂ ਜਾਣਦਾ। ਕਹਿੰਦੇ ਮੈਨੂੰ ਬਜ਼ੁਰਗੋ ਦਰਸ਼ਨ ਕਰਾ ਦਿਓਗੇ? ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਚਲੋ ਮੈਂ ਦਰਸ਼ਨ ਕਰਾਉਣਾ। ਗੁਰੂ ਨਾਨਕ ਸਾਹਿਬ ਨੇ ਘੋੜੇ ਦੀਆਂ ਵਾਗਾਂ ਫੜ ਲਈਆਂ ਤੇ ਜਿਹੜਾ ਦਰਸ਼ਨ ਕਰਨ ਆਇਆ ਉਹ ਘੋੜੇ ਤੇ ਚੜਿਆ। ਜਿਹਦੇ ਦਰਸ਼ਨ ਕਰਨੇ ਉਹ ਨੰਗੇ ਪੈਰ ਆ, ਤੇ ਜਿਹਨੇ ਦਰਸ਼ਨ ਕਰਨੇ ਉਹਨੇ ਤਿੱਲੇਦਾਰ ਜੋੜਾ ਪਹਿਨਿਆ ਹੋਇਆ। ਕਰਤਾਰਪੁਰ ਦੇ ਵਿੱਚ ਲਿਆ ਕੇ ਨਾ ਕਹਿੰਦੇ ਪੁਰਖਾ ਉਹ ਕਿੱਲੇ ਨਾਲ ਘੋੜਾ ਬੰਨ੍ਹਦੇ, ਐਸ ਕੁਠੀਆ 'ਚ ਨਾਨਕ ਤਪਾ ਸਾਧੂ ਰਹਿੰਦਾ, ਜਾ ਕੇ ਦਰਸ਼ਨ ਕਰ ਲਾ। ਜਦੋਂ ਘੋੜਾ ਬੰਨ੍ਹ ਕੇ ਮੂੰਹ ਹੱਥ ਧੋ ਕੇ ਮਰਜ਼ਾਦਾ ਅਨੁਸਾਰ ਅੰਦਰ ਦਰਸ਼ਨ ਕਰਨ ਗਿਆ ਨਾ, ਹੁਣ ਜਿਹੜਾ ਸ਼ਰਧਾ ਵਾਲਾ ਪੁਰਖ ਹੁੰਦਾ ਨਾ, ਉਹ ਗੁਰਦੁਆਰਾ ਸਾਹਿਬ ਆਉਣ ਲੱਗਿਆਂ ਬਾਹਰੋਂ ਹੀ ਹੱਥ ਦੇ ਵਿੱਚ ਟਕਾ ਲੈ ਕੇ ਆਉਂਦਾ ਜਿਹੜਾ ਉਹਨੇ ਭੇਟ ਕਰਨਾ। ਬਾਹਰੋਂ ਹੀ ਗਰਦਨ ਝੁਕਾ ਕੇ ਨਿਮਰਤਾ ਸਹਿਤ ਆਉਂਦਾ ਤੇ ਆ ਕੇ ਗੁਰੂ ਨੂੰ ਨਕਮਸਤਕ ਹੋ ਕੇ ਅਰਦਾਸ ਕਰਕੇ ਮੱਥਾ ਟੇਕ ਕੇ ਉੱਠਣ ਲੱਗਿਆਂ ਆਸਤੇ ਜੇ ਉਹ ਦਮੜਾ ਗੋਲਕ ਸਾਹਿਬ ਦੇ ਉੱਤੇ ਰੱਖ ਦਿੰਦਾ ਹੈ। ਤੇ ਉਸ ਤੋਂ ਬਾਅਦ ਖੜ ਕੇ ਫਿਰ ਗੁਰੂ ਵੱਲ ਨੇਤਰ ਭਰ ਕੇ ਤੱਕਦਾ, ਫਿਰ ਗੁਰੂ ਨੂੰ ਫਤਿਹ ਬੁਲਾਉਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਲਹਿਣਾ ਜੀ ਨੇ ਮੱਥਾ ਟੇਕਿਆ ਨਾ, ਜਦੋਂ ਉਹ ਤਾਂ ਵੇਖਿਆ ਤੇ ਗੁਰੂ ਨਾਨਕ ਸਾਹਿਬ ਤਖਤ 'ਤੇ ਬੈਠੇ, ਇਹ ਉਹੀ ਬਜ਼ੁਰਗ ਹਨ ਜਿਹੜੇ ਘੋੜੇ ਦੀਆਂ ਵਾਗਾਂ ਫੜ ਕੇ ਲਿਆਏ ਸੀ। ਇਹ ਉਹੀ ਬਜ਼ੁਰਗ ਜਿਹੜੇ ਨੰਗੇ ਪੈਰ ਚੱਲਦੇ ਆਏ ਸੀ। ਇੱਕਦਮ ਅੰਦਰ ਉਛਲ ਪਿਆ ਤੇ ਉੱਭੀ ਸਾਈਂ ਰੋ ਕੇ ਵਿਰਾਗ ਵਿੱਚ ਆ ਗਏ ਤੇ ਗੁਰੂ ਨਾਨਕ ਸਾਹਿਬ ਤਖਤ ਤੋਂ ਉੱਠੇ। ਉੱਠ ਕੇ ਛਾਤੀ ਨਾਲ ਲਾ ਕੇ ਪੁੱਛਿਆ ਪੁਰਖਾ ਕੀ ਹੋਇਆ?
ਕਹਿੰਦੇ ਮਹਾਰਾਜ ਤੁਹਾਡੀਆਂ ਰਹਿਮਤਾਂ ਲੈਣ ਵਾਸਤੇ ਆਇਆ ਸੀ, ਤੁਹਾਡੀਆਂ ਬਖਸ਼ਾਂ ਲੈਣ ਵਾਸਤੇ ਆਇਆ ਸੀ। ਤੁਹਾਨੂੰ ਮੈਂ ਘੋੜੇ ਦੀਆਂ ਵਾਗਾਂ ਫੜਾ ਕੇ ਲਿਆਇਆ, ਤੁਸੀਂ ਨੰਗੇ ਪੈਰੀਂ ਤੇ ਮੈਂ ਤਿੱਲੇਦਾਰ ਜੋੜਾ ਪਹਿਨ ਕੇ ਘੋੜੇ ਤੇ ਚੜ੍ਹ ਕੇ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਪੁਰਖਾ ਵਹਿਮ ਨਹੀਂ ਕਰੀਦਾ, ਇਹ ਦੱਸ ਤੇਰਾ ਨਾਮ ਕੀ ਹੈ। ਇਹਦਾ ਭਾਵ ਅਰਥ ਕੀ ਹੈ ਕਿ ਗੁਰੂ ਨਾਨਕ ਦੀ ਸਾਰੀ ਬਾਣੀ ਨੇ ਸਾਨੂੰ ਵਹਿਮਾਂ ਭਰਮਾਂ ਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਿਆ ਹੈ। ਗੁਰੂ ਸਾਹਿਬ ਕਹਿੰਦੇ ਤੇਰਾ ਨਾਂ ਕੀ ਹੈ? ਸਤਿਗੁਰ ਲੈਣਾ। ਕਹਿੰਦੇ ਉਹ ਲੈਣਿਆ, ਜੇ ਤੂੰ ਲੈਣਾ ਤੇ ਫਿਰ ਅਸੀਂ ਤੇਰਾ ਜ਼ਰੂਰ ਕੁਝ ਨਾ ਕੁਝ ਦੇਣਾ ਹੈ। ਲੈਣ ਵਾਲੇ ਘੋੜਿਆਂ ਤੇ ਆਉਂਦੇ ਤੇ ਦੇਣ ਵਾਲੇ ਅਗਲਵਾਂਢੀ ਹੀ ਮਿਲਿਆ ਕਰਦੇ ਹਨ। ਮਾਤ ਪਿਤਾ ਬੰਤਾ ਸੁਤ ਬੰਧਪ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ 700 ਅੰਗ ਤੇ। ਜੈਤ ਸਰੀ ਮਹੱਲਾ ਪੰਜਵਾਂ, ਘਰ ਤੀਜਾ, ਏਕ ਓਂਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੇ ਤਾਂ ਕੀ ਨਿਰਮਲ ਰੀਤ ਰਹਾਉ। ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਸਤਿਗੁਰ ਕਹਿੰਦੇ ਪੂਰਬਲਾ ਕੁਝ ਨਾ ਕੁਝ ਤੇਰਾ ਸਾਡਾ ਲੈਣਾ ਦੇਣਾ ਹੈ, ਤੂੰ ਇਸ ਕਰਕੇ ਆਇਆ ਹਾਂ। ਹੁਣ ਲੈਣਾ ਜੀ ਪੱਕੇ ਹੀ ਰਹਿ ਗਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ। ਅੱਜ ਪਿੰਡ ਗੇੜੀ ਲਾ ਕੇ ਫਿਰ ਵਾਪਸ ਆਏ। ਮਾਤਾ ਸੁਲੱਖਣੀ ਜੀ ਨੂੰ ਕਹਿੰਦੇ ਗੁਰੂ ਨਾਨਕ ਜੀ ਕਿੱਥੇ ਹਨ? ਉਹ ਕਹਿੰਦੇ ਉਹ ਝੋਨੇ 'ਚੋਂ ਕੱਖ ਕੱਢ ਰਹੇ ਹਨ, ਨਦੀਨ ਕੱਢ ਰਹੇ ਹਨ। ਜਦੋਂ ਆਏ ਚਿੱਟੇ ਵਸਤਰ ਪਾਏ ਹੋਏ ਸੀ, ਤੇ ਜਦੋਂ ਆ ਕੇ ਨਦੀਨ ਕੱਢਣ ਲੱਗ ਪਏ ਨਾ, ਤੇ ਉਦੋਂ ਜਦੋਂ ਇਹਨਾਂ ਭਾਦੋਂ ਦੇ ਮਹੀਨੇ 'ਚ ਨਦੀਨ ਕੱਢਿਆ ਜਾਂਦਾ, ਥੱਲਿਓਂ ਪਾਣੀ ਦੀ ਤਪਸ਼, ਉੱਪਰੋਂ ਸੂਰਜ ਦੀ ਗਰਮੀ, ਉਹ ਕਈ ਵਾਰੀ ਚਿਹਰੇ ਦਾ ਰੰਗ ਵੀ ਕਾਲਾ ਪੈ ਜਾਂਦਾ ਨਦੀਨ ਕੱਢਣ ਵਾਲਿਆਂ ਦਾ। ਜਦੋਂ ਲੱਗੇ ਨਦੀਨ ਕੱਢਣ ਤੇ ਬਾਬੇ ਨਾਨਕ ਪਾਤਸ਼ਾਹ ਨੇ ਵੇਖਿਆ, ਹੁਣ ਲੈਣੇ ਨੂੰ ਪਤਾ ਨਾ ਲੱਗੇ ਨਦੀਨ ਦੀ ਜਗ੍ਹਾ ਜਦੋਂ ਝੋਨੇ ਦੇ ਬੂਟੇ ਪੱਟੇ ਨਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਲੈਣਿਆ ਕੀ ਕਰ ਰਿਹਾ? ਮਹਾਰਾਜ ਮੈਂ ਆ ਕੱਖ ਪੱਟ ਰਿਹਾ। ਸਤਿਗੁਰ ਕਹਿੰਦੇ ਨਹੀਂ ਤੂੰ ਇਵੇਂ ਕਰ, ਆ ਜਿਹੜਾ ਕੱਖ ਪੱਟਿਆ ਇਹਦੀ ਪੰਡ ਪਾਲਾ ਤੇ ਸੁੱਟ ਕੇ ਆ ਜਾ। ਹੁਣ ਉਹਦੇ 'ਚੋਂ ਪਾਣੀ ਨੁਚੜਦਾ ਹੁੰਦਾ ਪੂਰਾ, ਸਿਰ 'ਤੇ ਪੰਡ ਚੁੱਕੀ ਤੇ ਗੁਰੂ ਨਾਨਕ ਸਾਹਿਬ ਵੀ ਪਿੱਛੇ ਪਿੱਛੇ ਚੱਲ ਪਏ। ਜਦੋਂ ਜਾ ਕੇ ਘਰ ਪੰਡ ਸੁੱਟੀ, ਸਾਰੇ ਚਿੱਟੇ ਵਸਤਰ ਚਿੱਕੜ ਦੇ ਨਾਲ ਗੰਦੇ ਹੋ ਗਏ। ਤੇ ਇੱਕਦਮ ਮਾਤਾ ਜੀ ਨੇ ਆਖਿਆ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦੇ ਹਨ ਕਿ ਸਤਿਗੁਰੂ ਜੀ ਤੁਸੀਂ ਪੰਡ ਹੋਰ ਕਿਸੇ ਨੂੰ ਚੁਕਾ ਦੇਣੀ ਸੀ, ਨਵੇਂ ਵਸਤਰ ਪਾਏ ਸੀ, ਲੈਣੇ ਨੇ ਚਿੱਟੇ ਵਸਤਰ ਸੀ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਪੰਡ ਹੋਰ ਕਿਸੇ ਤੋਂ ਚੱਕੀ ਵੀ ਨਹੀਂ ਜਾਣੀ। ਇਹਦਾ ਭਾਵ ਅਰਥ ਗੁੱਜੀ ਰਮਜ ਸੀ ਕਿ ਇਹ ਪੰਡ ਸਿਰਫ ਲੈਣੇ ਨਹੀਂ ਚੁੱਕਣੀ ਹੈ, ਜਿਹੜੀ ਗੁਰਤਾ ਗੱਦੀ ਦੀ ਪੰਡ ਸੀ। ਆਖਦੇ ਇਹਦੇ ਵਸਤਰਾਂ 'ਤੇ ਚਿੱਕੜ ਪੈ ਗਿਆ, ਇਹ ਪੰਡ ਜਿਹੜੀ ਚੱਕੀ ਆ। ਸਤਿਗੁਰ ਕਹਿੰਦੇ ਕਿਹੜੀ ਪੰਡ ਚੱਕੀ ਆ? ਕਹਿੰਦੇ ਇਹ ਤੇ ਦੀਨ ਦੁਨੀ ਦਾ ਛਤਰ ਇਹਨਾਂ ਦੇ ਸੀਸ 'ਤੇ ਝੁੱਲਦਾ ਪਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਖ ਕੀਤੀ, ਇਹ ਗੱਦੀ ਜਿਹੜੀ ਦੋ ਬੰਦਿਆਂ ਨੂੰ ਅੱਜ ਤੱਕ ਮਿਲਿਆ ਕਰਦੀ ਸੀ। ਇੱਕ ਤੇ ਜਿਹੜਾ ਪਰਮਾਨੈਂਟਲੀ ਜਿਹਦੇ ਘਰ ਕਿਸੇ ਦੇ ਔਲਾਦ ਨਾ ਹੋਵੇ, ਕਿਸੇ ਨੇ ਕੋਈ ਗੋਦ ਲਿਆ ਹੋਵੇ, ਉਹਨੂੰ ਗੱਦੀਆਂ ਮਿਲਿਆ ਕਰਦੀਆਂ ਸੀ, ਜਾਂ ਪੁੱਤਰਾਂ ਪੋਤਰਿਆਂ ਨੂੰ ਮਿਲਿਆ ਕਰਦੀਆਂ ਸੀ। ਦੂਸਰਾ ਗੱਦੀ ਜਦੋਂ ਕਿਸੇ ਨੂੰ ਮਿਲਦੀ ਸੀ ਸਰੀਰ ਛੱਡਣ ਤੋਂ ਬਾਅਦ ਮਿਲਿਆ ਕਰਦੀ ਸੀ। ਪਰ ਗੁਰੂ ਨਾਨਕ ਸਾਹਿਬ ਨੇ ਦੋਨਾਂ ਹੀ ਰੀਤਾਂ ਨੂੰ ਤੋੜਦਿਆਂ ਹੋਇਆਂ ਇੱਕ ਨਵੀਂ ਰੀਤ ਚਲਾਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ 15 ਸਤੰਬਰ ਵਾਲੇ ਦਿਨ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ, ਤੇ 20 ਤਰੀਕ ਆ ਜਿਹੜੀ ਆਉਣੀ, ਉਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਹਨ। 5 ਦਿਨ ਬਾਅਦ ਜੀਵਦਿਆਂ ਹੀ ਲਹਿਣੇ ਨੂੰ ਗੁਰੂ ਥਾਪ ਦਿੱਤਾ। ਫਿਰ ਆਪਣੇ ਪੁੱਤਰਾਂ ਦੇ ਹੁੰਦਿਆਂ ਹੋਇਆਂ ਇੱਕ ਦਰਸ਼ਨ ਕਰਨ ਆਏ ਸੇਵਕ ਨੂੰ ਗੁਰਤਾ ਗੱਦੀ ਦੇ ਦੇਣੀ ਐਵੇਂ ਨਹੀਂ ਦਿੱਤੀ, ਇਹਦੀ ਪਰਖ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਇੱਕ ਦਿਨ ਬੜਾ ਮੋਹਲੇ ਧਾਰ ਮੀਂਹ ਪੈਂਦਾ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਖਦੇ ਹਨ ਬਾਬਾ ਸ੍ਰੀ ਚੰਦ ਨੂੰ, ਸ੍ਰੀ ਚੰਦ ਜੀ ਧਰਮਸ਼ਾਲਾ ਦੀ ਕੰਧ ਡਿੱਗ ਪਈ, ਕੰਧ ਬਣਾ ਦਿਓ। ਕਹਿੰਦੇ ਬਾਬਾ ਮੀਂਹ 'ਚ ਕਿਹੜੀ ਕੰਧ ਬਣਨੀ ਆ? ਦੂਜੇ ਪੁੱਤਰ ਨੇ ਵੀ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਕਹਿੰਦੇ ਉਹ ਲੈਣਿਆ ਕੰਧ ਡਿੱਗ ਪਈ, ਧਰਮਸ਼ਾਲਾ ਦੀ ਕੰਧ ਬਣਾ। ਤੋ ਮੀਂਹ ਵਰਦੇ 'ਚੋਂ ਗਾਰਾ ਬਣਾਵੇ, ਪਹਿਲਾਂ ਕੱਚੀ ਕੰਧ ਹੁੰਦੀ ਸੀ, ਉਹ ਥੋਬਾ ਬਣਾ ਕੇ ਰੱਖਣ ਉੱਤੇ ਤੇ ਉਹ ਘਲ ਜਾਏ। ਬਾਬੇ ਨਾਨਕ ਦੇ ਪੁੱਤਰਾਂ ਨੇ ਜਾ ਕੇ ਆਖਿਆ ਉਹ ਲੈਣਿਆ ਉਹ ਬਾਪੂ ਬਜ਼ੁਰਗ ਹੋ ਗਿਆ, ਬਾਪੂ ਦੀ ਅਕਲ ਨਹੀਂ ਹੁਣ ਕੰਮ ਕਰਦੀ, ਇੱਥੋਂ ਕਿਵੇਂ ਕੰਧ ਬਣੇਗੀ? ਮੀਂਹ ਹਟੇਗਾ ਤੇ ਬਣ ਜਾਏਗੀ। ਕਹਿੰਦਾ ਮੇਰਾ ਕੰਧ ਬਣਾਉਣ ਦਾ ਕੋਈ ਮਕਸਦ ਨਹੀਂ ਆ, ਮੈਨੂੰ ਬਾਬੇ ਦਾ ਹੁਕਮ ਹੋਇਆ ਤੂੰ ਕੰਧ ਬਣਾ
ਤੇ ਮੈਂ ਕੰਧ ਤੇ ਮਿੱਟੀ ਰੱਖੀ ਜਾ ਰਿਹਾ। ਜਦੋਂ ਬਾਬੇ ਦੀ ਮੌਜ ਹੋਈ ਉਹਨੇ ਆਪੇ ਮੀਂਹ ਹਟਾ ਦੇਣਾ ਤੇ ਆਪੇ ਕੰਧ ਬਣਵਾ ਲੈਣੀ ਆ। ਮੈਂ ਤੇ ਸਿਰਫ ਹੁਕਮ ਮੰਨ ਰਿਹਾ, ਹੁਕਮ ਮੰਨੇ ਸੋ ਹੋਏ ਪ੍ਰਵਾਨ। ਅੱਜ ਗੁਰੂ ਨਾਨਕ ਦੇ ਜੀਵਨ ਤੋਂ ਸਾਨੂੰ ਬੜੀ ਸਿੱਖਿਆ ਮਿਲਦੀ ਆ। ਸੈਨਾ ਵਿੱਚ ਵੀ ਆਖਿਆ ਜਾਂਦਾ ਨਾ ਪਹਿਲਾਂ ਹੁਕਮ ਮੰਨਣਾ, ਤੇ ਗੁਰੂ ਨਾਨਕ ਦੇ ਘਰ ਦੀ ਵੀ ਇਹ ਰੀਤੀ ਰਿਵਾਜ ਹੈ, ਕਿੰਤੂ ਪਰੰਤੂ ਨਹੀਂ ਕਰਨਾ, ਹੁਕਮ ਮੰਨਣਾ ਹੈ। ਫਿਰ ਆਖਦੇ ਇੱਕ ਦਿਨ ਸੰਗਤ ਬੈਠੀ ਇਸ ਤਰ੍ਹਾਂ, ਕਹਿੰਦੇ ਸ੍ਰੀ ਚੰਦ ਜੀ ਮੀਂਹ ਬੜਾ ਪੈਂਦਾ, ਸੰਗਤਾਂ ਬੜੀਆਂ ਭੁੱਖੀਆਂ। ਕਹਿੰਦੇ ਬਾਬਾ ਫਿਰ ਕੀ ਕਰੀਏ, ਚੁੱਲ੍ਹਾ ਤੇ ਬਲਦਾ ਕੋਈ ਨਹੀਂ। ਕਹਿੰਦੇ ਕਿੱਕਰ ਤੇ ਚੜ੍ਹ ਜਾ, ਕਿੱਕਰ ਨੂੰ ਹਿਲਾ ਤੇ ਮਠਿਆਈਆਂ ਝਾੜ ਕੇ ਛਕਾ ਦੇ ਸੰਗਤਾਂ ਨੂੰ। ਕਹਿੰਦੇ ਬਾਬਾ ਕਿੱਕਰ ਤੋਂ ਮਠਿਆਈ ਕਿਵੇਂ ਚੜ੍ਹੇਗੀ। ਦੂਸਰੇ ਪੁੱਤਰ ਨੂੰ ਆਖਿਆ, ਉਹਨੇ ਇਨਕਾਰ ਕਰ ਦਿੱਤਾ। ਕਹਿੰਦੇ ਲੈਣਿਆ ਕਿੱਕਰ ਤੋਂ ਮਠਿਆਈ ਝਾੜ। ਇੱਕਦਮ ਜਦੋਂ ਛਾਲ ਮਾਰ ਕੇ ਕਿੱਕਰ ਤੇ ਚੜ੍ਹਨ ਲੱਗੇ ਨਾ, ਤੇ ਬਾਬਾ ਸ੍ਰੀ ਚੰਦ ਨੇ ਬਾਂਹ ਫੜ ਕੇ ਹੇਠਾਂ ਖਿੱਚ ਲਿਆ। ਕਹਿੰਦੇ ਉਹ ਪੁਰਖਾ, ਉਹ ਬਾਪੂ ਦਾ ਹੁਣ ਕਿੱਥੇ ਦਿਮਾਗ ਕੰਮ ਕਰਦਾ, ਸਤਰੇ ਬੱਤਰੇ ਹੋ ਗਏ, ਕਿੱਕਰ ਤੋਂ ਮਠਿਆਈ ਝੜਦੀ ਆ। ਕਹਿੰਦੇ ਮਠਿਆਈ ਨਾਲ ਕੋਈ ਲੈਣਾ ਦੇਣਾ ਨਹੀਂ, ਬਾਪੂ ਦਾ ਹੁਕਮ ਹੈ ਕਿੱਕਰ ਤੇ ਚੜ੍ਹ ਤੇ ਕਿੱਕਰ ਨੂੰ ਹਿਲਾ, ਤੇ ਮੈਂ ਸਿਰਫ ਹੁਕਮ ਮੰਨਣਾ, ਮਠਿਆਈ ਝੜੇ ਜਾਂ ਕਿੱਕਰ ਦੇ ਫੁੱਲ ਝੜਨਾ ਇਹ ਗੁਰੂ ਨਾਨਕ ਦੀ ਆਪਣੀ ਮੌਜ ਹੈ। ਹੁਕਮ ਇੱਥੋਂ ਤੱਕ ਮੰਨਿਆ ਲਹਿਣਾ ਜੀ ਨੇ। ਇਸ ਤਰ੍ਹਾਂ ਚੱਲ ਰਹੇ ਸਨ ਤੇ ਗੰਦੇ ਪਾਣੀ ਦਾ ਛੱਪੜ ਸੀ, ਤੇ ਗੁਰੂ ਨਾਨਕ ਸਾਹਿਬ ਨੇ ਇੱਕ ਲੋਟਾ ਜਿਹੜਾ ਸੀ ਉਹਨੂੰ ਵਗਾ ਕੇ ਮਾਰਿਆ ਗੰਦੇ ਪਾਣੀ ਦੇ ਵਿੱਚ, ਸਾਰਿਆਂ ਦੇ ਸਾਹਮਣੇ ਸੁੱਟਿਆ। ਤੇ ਕਹਿੰਦੇ ਸ੍ਰੀ ਚੰਦ ਜੀ ਉਹ ਕੱਢ ਕੇ ਲਿਆਓ। ਤੇ ਪੁੱਤਰ ਨੇ ਆਖਿਆ ਬਾਬਾ ਆਪੇ ਤੇ ਤੁਸੀਂ ਸੁੱਟਿਆ, ਕੱਢਣ ਦੀ ਨੂੰ ਕੀ ਲੋੜ ਹੈ, ਜਾਂ ਤੇ ਡਿੱਗਿਆ ਹੁੰਦਾ ਗੱਲ ਵੱਖਰੀ ਸੀ, ਆਪੇ ਸੁੱਟਿਆ, ਹੁਣ ਕਹਿੰਦੇ ਕੱਢ ਕੇ ਲਿਆਓ। ਕੱਢਣਾ ਕਾਦੇ ਵਾਸਤੇ? ਬਾਬੇ ਨੇ ਪਹਿਲਾਂ ਹਉਮੈ ਹੰਕਾਰ ਈਗੋ ਅੰਦਰੋਂ ਮਾਰੀ ਆ। ਕਹਿੰਦੇ ਕੱਢ ਕੇ ਲਿਆਓ, ਮੈਂ ਕਹਿ ਰਿਹਾ। ਦੋਹਾਂ ਪੁੱਤਰਾਂ ਨੂੰ ਆਖਿਆ, ਕਹਿੰਦੇ ਆਪਣੇ ਕੋਲ ਕਿਹੜੀ ਕਮੀ ਆ, ਗੰਦੇ ਪਾਣੀ 'ਚ ਕਿਉਂ ਵੜਨਾ, ਹੋਰ ਲੈ ਆਵਾਂਗੇ, ਇਹੋ ਜਿਹੇ ਲੋਟੇ ਵਾਧੂ ਲੈ ਆਵਾਂ, ਕਿਹੜੀ ਗੱਲ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਪੁਰਖਾ ਉਹ ਅੰਦਰ ਲੋਟਾ ਡਿੱਗਾ, ਕੱਢ ਕੇ ਲਿਆ। ਉਹਨੇ ਨਵੇਂ ਵਸਤਰ ਪਾਏ ਸੀ, ਲਹਿਣਾ ਜੀ ਨੇ ਛਾਲ ਮਾਰੀ ਤੇ ਚਿੱਕੜ ਦੇ ਵਿੱਚੋਂ ਉਹ ਲੋਟਾ ਕੱਢ ਕੇ ਸਾਫ਼ ਕਰਕੇ ਬਾਬੇ ਨਾਨਕ ਪਾਤਸ਼ਾਹ ਦੇ ਸਾਹਮਣੇ ਧਰ ਦਿੱਤਾ। ਹੁਣ ਅਜੇ ਪਰਖ ਸੰਪੂਰਨ ਨਹੀਂ ਹੋਈ। ਹੁਣ ਗੁਰੂ ਨਾਨਕ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਅਸਾਂ ਹੁਣ ਗੱਦੀ ਜਿਹੜੀ ਆ ਇਹ ਅਗਲੇ ਗੱਦੀ ਨਸ਼ੀਨ ਨੂੰ ਸੌਂਪ ਦੇਣੀ ਆ। 3 ਵਾਰੀ ਆਪਣੇ ਪੁੱਤਰਾਂ ਨੂੰ ਸੱਦਿਆ ਬਾਬੇ ਨਾਨਕ ਨੇ ਕਿ ਸਾਡਾ ਅੰਤਮ ਸਮਾਂ ਆ ਜਾਓ। ਉਹ ਕਹਿੰਦੇ ਬਾਬਾ ਉਵੇਂ ਹੀ ਕਹਿ ਦਿੰਦਾ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੱਡੀ ਜੀ ਦਸਤਾਰ ਸਜਾ ਲਈ, ਇੱਕ ਵੱਡਾ ਡੰਡਾ ਹੱਥ ਵਿੱਚ, ਮੋਟਾ ਡੰਡਾ ਲੈ ਲਿਆ ਤੇ ਅੱਜ ਜੰਗਲ ਵੱਲ ਨੂੰ ਤੁਰ ਪਏ। ਹੁਣ ਪਿੱਛੇ ਪਿੱਛੇ ਸਾਰੇ ਹੀ ਤੁਰੇ। ਬਾਬੇ ਨਾਨਕ ਕੋ ਜਿੰਨਾ ਖਜ਼ਾਨਾ ਸੀ, ਮੋਹਰਾਂ ਸੀ, ਪਛਾਣ ਨੂੰ ਵਗਾ ਕੇ ਮਾਰਨ ਤੋਂ ਪੈਸੇ ਲੈ ਕੇ ਵਾਪਸ ਮੁੜਦੇ ਗਏ। ਸਾਡੇ ਵਰਗੇ ਲਾਲਚੀ ਹੁੰਦੇ ਨਾ, ਅਸੀਂ ਗੁਰੂ ਘਰੋਂ ਪੈਸਾ ਹੀ ਮੰਗਦੇ ਹਾਂ, ਕੋਠੀਆਂ ਕਾਰਾਂ ਹੀ ਮੰਗਦੇ ਹਾਂ, ਗੁਰੂ ਦਾ ਹੁਕਮ ਨਹੀਂ ਮੰਨਦੇ। ਉਹ ਪੈਸੇ ਲੈ ਕੇ ਮੁੜਦੇ ਗਏ। ਜਿਹੜੇ ਫਿਰ ਵੀ ਨਹੀਂ ਮੁੜੇ ਨਾ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਐਵੇਂ ਘੁਮਾ ਕੇ ਉਹ ਡਾਂਗ ਮਾਰਨ, ਕਿਸੇ ਦੇ ਲੱਕ 'ਚ ਵੱਜੇ, ਕਿਸੇ ਦੀ ਲੱਤ 'ਤੇ ਵੱਜੇ। ਜਦੋਂ ਇਸ ਤਰ੍ਹਾਂ ਮਾਰਦੇ ਰਹੇ ਸਾਰਿਆਂ ਨੂੰ, ਕੋਈ ਆਖੇ ਭੂਤ ਨਾ ਕੋ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਗੁਰਬਾਣੀ 'ਚ ਲਿਖਿਆ, ਕੋਈ ਕਹਿੰਦੇ ਨਾਨਕ ਤੇ ਭੂਤ ਨਾ ਹੋ ਗਿਆ। ਨਾਨਕ ਨੂੰ ਕਹਿੰਦੇ ਸੁੱਧ ਬੁੱਧ ਨਹੀਂ ਰਹੀ। ਜਦੋਂ ਲਾਹੜ ਦੇ ਜੰਗਲ ਵਿੱਚ ਪਹੁੰਚੇ ਨਾ, ਤੇ 2 ਪੁਰਖ ਖੜੇ ਹਨ ਉੱਥੇ। ਇੱਕ ਪਾਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਖੜੇ, ਇੱਕ ਬੰਨੇ ਲਹਿਣਾ ਜੀ ਖੜੇ। ਕਹਿੰਦੇ ਬੁੱਢਿਆ ਤੂੰ ਨਹੀਂ ਜਾਂਦਾ? ਕਹਿੰਦੇ ਬਾਬਾ ਮੇਰਾ ਤੇਰੇ ਤੋਂ ਬਿਨਾਂ ਕੌਣ ਹੈ, ਮੈਂ ਕਿੱਥੇ ਜਾਣਾ। ਕਹਿੰਦੇ ਲਹਿਣਿਆ ਤੂੰ ਨਹੀਂ ਜਾਂਦਾ? ਹਾਲਾਂਕਿ ਡੰਡੇ ਵੀ ਪੈਂਦੇ ਰਹੇ। ਕਹਿੰਦਾ ਮਹਾਰਾਜ ਮੇਰਾ ਤੇ ਕੋਈ ਥਾਂ ਟਿਕਾਣਾ ਹੈ ਹੀ ਨਹੀਂ, ਮੇਰਾ ਤੇ ਥਾਂ ਟਿਕਾਣਾ ਤੇਰੇ ਚਰਨਾਂ 'ਚ, ਤੇਰੇ ਤੋਂ ਇਲਾਵਾ ਮੇਰਾ ਹੈ ਨਹੀਂ ਕੋਈ ਇੱਥੇ। ਕਹਿੰਦੇ ਹੁਕਮ ਮੰਨਦਾ? ਕਹਿੰਦੇ ਹਾਂ ਮਹਾਰਾਜ ਮੰਨਦਾ। ਕਹਿੰਦੇ ਫਿਰ ਮੁਰਦਾ ਖਾ। ਕਹਿੰਦੇ 7 ਬਚਨ ਮਹਾਰਾਜ ਸਾਹਮਣੇ ਇੱਕ ਮੁਰਦਾ ਪਿਆ, ਚਿੱਟੇ ਕੱਪੜੇ ਨਾਲ ਢੱਕਿਆ ਜੰਗਲ ਦੇ ਵਿੱਚ। ਕਹਿੰਦੇ ਮੁਰਦਾ ਖਾ। ਕਹਿੰਦੇ ਮਹਾਰਾਜ ਖਾਨਾ। ਜਦੋਂ ਚਾਰੇ ਪਾਸੇ ਮੁਰਦੇ ਦੇ ਘੁੰਮੀ ਜਾ ਰਿਹਾ। ਕਹਿੰਦੇ ਖਾਂਦਾ ਕਿਉਂ ਨਹੀਂ ਮਹਾਰਾਜ, ਕਿਹੜੇ ਪਾਸਿਓਂ ਖਾਵਾਂ? ਕਹਿੰਦੇ ਪੈਰਾਂ ਵੱਲੋਂ ਖਾ। ਤੇ ਜਦੋਂ ਕੱਪੜਾ ਚੁੱਕਿਆ ਤੇ ਥੱਲੇ ਗਰਮਾ ਗਰਮ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਬਣੀ ਹੋਈ ਸੀ, ਕਿਉਂਕਿ ਉਹ ਧੁਰੋਂ ਦਰਗਾਹੋਂ ਦਾਤਾਂ ਲੈ ਕੇ ਆਏ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ, ਅੰਤਰਜਾਮੀ ਸਨ। ਉੱਥੇ ਗੁਰੂ ਨਾਨਕ ਸਾਹਿਬ ਨੇ ਆਖਿਆ ਗੱਦੀ ਅਸੀਂ ਤੁਸਾਂ ਨੂੰ ਦਿੱਤੀ, ਤੇ ਬਾਬਾ ਬੁੱਢਾ ਜੀ ਨੂੰ ਕਿਹਾ ਗੱਦੀ ਦੇਣ ਦਾ ਹੱਕ ਅਸੀਂ ਤੁਸਾਂ ਨੂੰ ਦਿੱਤਾ। ਪਹਿਲੀ ਦੂਸਰੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਤੱਕ ਗੁਰਤਾ ਗੱਦੀ ਦੀ ਰਸਮ ਜਿਹੜੀ ਆ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਅਦਾ ਕੀਤੀ। ਅਗਾਂਹ ਵੀ ਬਾਬਾ ਬੁੱਢਾ ਜੀ ਦੀ ਵੰਸ਼ ਜਿਹੜੀ ਆ
ਉਹ 10ਵੀਂ ਪਾਤਸ਼ਾਹੀ तक कोई मर्यादा निभाउंदी रही। सो गुरु नानक साहब महाराज ने आख्या गद्दी लैणिया तुसां नूं दित्ती ते गद्दी देण दा हक असी बाबा बुढ़ा जी तुसां नूं दिता। सो अज दा जिहड़ा दिहाड़ा संगरांद दे नाल नाल अस्सू महीने दी संगरांद है, नाल श्री गुरु अंगद देव पातशाह जी महाराज दा गुरता गद्दी दिवस सी। इह तों सिੱਖਿਆ ਇਹ मिलदी आ कि असीं हुक्म किवें मनना है, किंतु परंतु नहीं करना, हुक्म मन के परवान चढ़ना है। ये साडे सैना का भी असूल है ते गुरु नानक साहब के घर का भी ये असूल है। सो गुरु अंगद देव पातशाह के गुरता गद्दी दिवस दियाँ आप सब संगतां नूं लख लख वधाइयां। आनंद साहब का जाप करके गुरु चरणों के चढ़ती कला की अरदास करिए जी। शाम नूं स्टेशन हैडकुआटर गुरुद्वारा साहब विखे भी प्रोग्राम होएगा। उत्थे सारागढ़ी दे शहीदां दा